ਜਲੰਧਰ ਛਾਉਣੀ ਦੇ ਵਿੱਚ ਜਿਹੜੇ ਘਰ ਪੁਰਾਣੇ ਨੇ ਉਹਨਾਂ ਨੂੰ ਬਣਾਉਣ ਵਾਸਤੇ ਦਿੱਕਤ ਆ ਰਹੀ ਸੀ, ਰੋਡ ਕਟਿੰਗ ਦੀ ਦਿੱਕਤ ਆ ਰਹੀ ਸੀ ਜਾਂ ਕਈ ਗੱਲਾਂ ਦੀ ਆ ਰਹੀ ਸੀ। ਉਹ ਹਰ ਗੱਲ ਦਾ ਪਬਲਿਕ ਵੱਲੋਂ ਨੁਮਾਇੰਦਾ ਬਣ ਕੇ ਧਿਆਨ ਕਰਨਗੇ। ਤੇ ਇਹ ਤਾਂ ਨਹੀਂ ਹੋ ਸਕਦਾ ਕਿ ਜਿੱਦਾਂ ਨਰਿੰਦਰ ਮੋਦੀ ਹੋਰਾਂ ਨੇ ਕਾਨੂੰਨ ਰੱਦ ਕੀਤੇ ਤੇ ਪਹਿਲਾਂ ਪਾਰਟੀ ਜਿਹੜੀ ਸੀ ਹਰੇਕ ਕੋਈ ਦੌੜਦੀ ਸੀਗੀ ਇਸ ਤੋਂ ਕਿ ਹਾਂ ਕਿਤੇ ਕਿਸਾਨ ਆ ਕੇ ਮੋਰਚਾ ਨਾ ਸੰਭਾਲੇ, ਤੇ ਹੁਣ ਆਪਾਂ ਇਸ ਬਾਰੇ ਇਸੇ ਗੱਲ ਦਾ ਮੋਦੀ ਸਾਹਿਬ ਨੂੰ ਕ੍ਰੈਡਿਟ ਹੈ ਕਿਉਂਕਿ ਮੈਂ ਪੋਲੀਟੀਕਲ ਹੋਣ ਤੋਂ ਪਹਿਲਾਂ ਕਿਸਾਨ ਹਾਂ। ਇੱਕ ਸਿਆਣਾ ਸੁਲਝਿਆ ਨੌਜਵਾਨ ਅੱਜ ਮੈਂਬਰ ਰੱਖਿਆ ਮੰਤਰੀ ਨੇ ਪਾਇਆ। ਬਹੁਤ ਹੀ ਵਧੀਆ ਡਿਸੀਜਨ ਲਿਆ ਤੇ ਸਾਨੂੰ ਸਾਰੇ ਕੈਂਟਰ ਨੂੰ ਉਮੀਦ ਹੈ ਕਿ ਉਹ ਬਹੁਤ ਹੀ ਪਬਲਿਕ ਦੇ ਹੱਕ ਦੇ ਵਿੱਚ ਕੰਮ ਕਰਨਗੇ। ਕੱਚੇ ਮੁਲਾਜ਼ਮ ਉਹ ਵੀ ਪੱਕੇ ਹੋਣੇ ਚਾਹੀਦੇ, ਹਰ ਇੱਕ ਨੂੰ ਰੋਟੀ ਪਾਣੀ ਦਾ ਜੁਗਾੜ ਜ਼ਰੂਰ ਹੋਣਾ ਚਾਹੀਦਾ। ਨੁਮਾਇੰਦਾ ਤੁਹਾਡੇ ਕੋਲ ਆ ਗਿਆ, ਇਹ ਤੁਹਾਡੀ ਸੇਵਾ ਕਰੇਗਾ। ਜਿੱਥੇ ਮੇਰੀ ਲੋੜ ਹੋਈ ਮੈਂ ਹਰ ਵੇਲੇ ਹਾਜ਼ਰ ਹਾਂ। ਇਕੱਲੇ ਪਾਰਟੀ ਦੇ ਲੋਕ ਨਹੀਂ, ਅਲੱਗ-ਅਲੱਗ ਪਾਰਟੀਆਂ ਦੇ ਲੋਕ, ਕਾਂਗਰਸ ਦੇ ਲੋਕ ਵੀ ਆਏ, ਅਕਾਲੀ ਦਲ ਦੇ ਵੀ ਆਏ, ਬਹੁਜਨ ਸਮਾਜ ਪਾਰਟੀ ਦੇ ਵੀ ਆਏ। ਮੇਰਾ ਸਭ ਨਾਲ ਪਿਆਰ ਆ। ਛਾਉਣੀ ਦੇ ਵਿੱਚ ਸਭ ਦਾ ਮੈਨੂੰ ਸਹਿਯੋਗ ਮਿਲਿਆ, ਆਸ਼ੀਰਵਾਦ ਮਿਲਿਆ। ਚਾਹੇ ਜ਼ਿੰਮੇਵਾਰੀ ਪਾਰਟੀ ਦੀ ਹੈ ਲੇਕਿਨ ਲੜਾਈ ਲੋਕਾਂ ਦੇ ਹਿੱਤਾਂ ਦੀ ਹੈ ਔਰ ਸਾਰੇ ਰਲ ਕੇ ਅਸੀਂ ਲੜਾਂਗੇ ਔਰ ਸਭ ਦਾ ਆਸ਼ੀਰਵਾਦ ਲਵਾਂਗੇ। ਐਤਕੀ 2017 'ਚ ਬੰਦ ਹੋਈਆਂ ਔਰ ਹਾਲੇ ਤੱਕ ਚਾਲੂ ਨਹੀਂ ਹੋਈਆਂ, ਉਹ ਕੀ ਕਾਰਨ ਹੈ, ਕਿਹਨਾਂ ਲੋਕਾਂ ਨੇ ਬੰਦ ਕੀਤੀਆਂ, ਕੀ ਕੀਤਾ, ਉਹਦੀ ਲੜਾਈ ਲੜਾਂਗੇ ਔਰ 100% ਖੁਲਵਾਵਾਂਗੇ। ਲੋਕਾਂ ਦਾ ਰਜਿਸਟਰੀ ਕਰਾਉਣਾ ਹੱਕ ਹੈ। ਪੱਕੇ ਕੀਤੇ ਜਾ ਸਕਦੇ ਆ, ਉਹਨਾਂ ਦੀ ਪੱਕੇ ਕਰਨ ਦੀ ਜ਼ਰੂਰਤ ਹੈ, ਜ਼ਰੂਰ ਕਰਾਵਾਂਗੇ ਤਾਂ ਕਿ ਸਫਾਈ ਕਰਮਚਾਰੀਆਂ ਦਾ ਲਾਭ ਹੋਵੇ ਔਰ ਕੱਚੇ ਪੱਕੇ ਹੋਣ। ਐਜ਼ ਏ ਨਾਗਰਿਕ ਸਭ ਤੋਂ ਪਹਿਲਾਂ ਅਸੀਂ ਇਹੀ ਕਹਾਂਗੇ ਵੀ ਜਿਹੜੀ ਸਫਾਈ ਹੈ ਉਹਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਉਹਦੇ ਵੱਲ, ਤਾਂ ਕਿ ਇਹ ਸਮੱਸਿਆ ਸਭ ਤੋਂ ਪਹਿਲਾਂ ਹੱਲ ਹੋਣੀ ਚਾਹੀਦੀ ਹੈ। ਪਾਰਟੀ ਵੱਲੋਂ ਤਾਂ ਸਾਨੂੰ 100% ਵਿਸ਼ਵਾਸ ਹੈ ਕਿ ਪਾਰਟੀ ਨੇ ਇੱਦਾਂ ਦਾ ਨੁਮਾਇੰਦਾ ਚੁਣਿਆ ਜਿਹੜਾ ਸਾਰੀ ਉਮਰ ਕੈਂਟ ਦੇ ਵਿੱਚ ਰਿਹਾ, ਕੈਂਟ ਦੇ ਸੁੱਖ ਦੁੱਖ ਦੇ ਵਿੱਚ, ਧਾਰਮਿਕ ਸੰਸਥਾਵਾਂ ਦੇ ਵਿੱਚ, ਸਮਾਜਿਕ ਸੰਸਥਾਵਾਂ ਦੇ ਵਿੱਚ ਆਪਣਾ ਯੋਗਦਾਨ ਦਿੰਦਾ ਰਿਹਾ। ਸਭ ਤੋਂ ਵੱਡੀ ਗੱਲ ਹੈ ਕਿ ਇੱਕ ਮਿਹਨਤੀ ਇਨਸਾਨ ਜੇ ਕੰਮ ਕਰੇਗਾ ਤੇ ਉਹ ਸਫਲਤਾਪੂਰਵਕ ਹੀ ਕੰਮ ਕਰੇਗਾ। ਇਹ ਸਾਡੀਆਂ ਸ਼ੁਭ ਕਾਮਨਾਵਾਂ ਹੈਗੀਆਂ। ਪਰ ਲੇਕਿਨ ਜੇ ਮੋਦੀ ਸਾਹਿਬ ਨੇ ਸਾਡੀ ਮੰਗ ਨੂੰ ਪ੍ਰਵਾਨ ਕਰ ਲਿਆ ਤੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਅਸੀਂ ਉਹਦੀਆਂ ਖੁਸ਼ੀਆਂ ਕਰਦੇ ਹਾਂ। ਤੇ ਵੱਡਾ ਕੰਮ ਇਹ ਕੀਤਾ, ਗੁਰੂ ਨਾਨਕ ਦੇਵ ਸਾਹਿਬ ਦੇ ਮਹਾਰਾਜ ਦੇ ਗੁਰਪੁਰਬ ਤੇ ਕਿਸੇ ਨੂੰ ਵੀ ਨਾਲ ਲਏ ਬਿਨਾਂ ਉਹਨਾਂ ਕਿਹਾ ਕਿ ਮੈਨੂੰ क्षमा ਕਰਿਓ, ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਤੇ ਮੈਂ ਤਿੰਨੋਂ ਕਾਨੂੰਨ ਵਾਪਸ ਲੈਣਾ। ਅੱਜ ਕੈਂਟਪੁਰ ਦਫ਼ਤਰ ਵਿੱਚ ਪਹੁੰਚੀ ਹੈ ਰੈੱਡ ਜ਼ੋਨ ਕ੍ਰਾਈਮ ਨਿਊਜ਼ ਦੀ ਟੀਮ, ਜਿੱਥੇ ਪਨੀਤ ਸ਼ੁਕਲਾ ਜੀ ਹੋਰਾਂ ਨੂੰ ਸਹੁੰ ਪੱਤਰ ਚੁਕਾਇਆ ਜਾ ਰਿਹਾ ਸਿਵਲ ਮੈਂਬਰ ਵੱਲੋਂ। ਅੱਜ ਕੈਂਟਪੁਰ ਆਫਿਸ ਦੇ ਵਿੱਚ ਸਰਬਜੀਤ ਮੱਕੜ ਜੀ ਪਹੁੰਚੇ ਨੇ ਤੇ ਆਪਾਂ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ। ਸਰਬਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਹਾਰਾਜ। ਤੇ ਅੱਜ ਕੈਂਟਪੁਰ ਆਫਿਸ ਦੇ ਵਿੱਚ ਪਹੁੰਚੇ ਪਨੀਤ ਸ਼ੁਕਲਾ ਜੀ ਨੂੰ ਤੁਸੀਂ ਵਧਾਈ ਦਿਓ। ਸ਼ੁਕਲਾ ਜੀ ਨੂੰ ਲੱਖ ਲੱਖ ਵਧਾਈ ਹੈ ਮੇਰੇ ਵੱਲੋਂ। ਇੱਕ ਸਿਆਣਾ ਸੁਲਝਿਆ ਨੌਜਵਾਨ ਅੱਜ ਮੈਂਬਰ ਰੱਖਿਆ ਮੰਤਰੀ ਨੇ ਪਾਇਆ ਤੇ ਉਹ ਬੜੀ ਵੱਡੀ ਨੁਮਾਇੰਦਗੀ ਕਰਾ ਕੇ ਕੈਂਟ ਨੂੰ ਪੂਰਾ ਸੁੱਖ ਦੇਣਗੇ। ਜਲੰਧਰ ਛਾਉਣੀ ਦੇ ਵਿੱਚ ਜਿਹੜੀ ਪਬਲਿਕ ਵਸੀ ਹੈ ਉਹਨਾਂ ਦੀ ਰਜਿਸਟਰੀਆਂ ਨਹੀਂ ਸੀ ਹੋ ਰਹੀਆਂ। ਜਲੰਧਰ ਛਾਉਣੀ ਦੇ ਵਿੱਚ ਜਿਹੜੇ ਘਰ ਪੁਰਾਣੇ ਨੇ ਉਹਨਾਂ ਨੂੰ ਬਣਾਉਣ ਵਾਸਤੇ ਦਿੱਕਤ ਆ ਰਹੀ ਸੀ, ਰੋਡ ਕਟਿੰਗ ਦੀ ਦਿੱਕਤ ਆ ਰਹੀ ਸੀ ਜਾਂ ਕਈ ਗੱਲਾਂ ਦੀ ਆ ਰਹੀ ਸੀ। ਉਹ ਹਰ ਗੱਲ ਦਾ ਪਬਲਿਕ ਵੱਲੋਂ ਨੁਮਾਇੰਦਾ ਬਣ ਕੇ ਧਿਆਨ ਕਰਨਗੇ ਕਿਉਂਕਿ 7 ਕੌਂਸਲਰਾਂ ਦਾ ਟਾਈਮ ਪੂਰਾ ਹੋ ਗਿਆ ਸੀ, ਹੁਣ ਉਹ ਇਕੱਲੇ ਨੁਮਾਇੰਦੇ ਬਣੇ ਨੇ। ਤੇ ਅੱਛਾ ਵੀਰ ਜੀ, ਪਨੀਤ ਸ਼ੁਕਲਾ ਜੀ ਜੋ ਕਰਨਗੇ, ਲੇਕਿਨ ਆਪਣਾ ਹੁਣ ਜਿਹੜੇ ਆਪਾਂ ਆਏ ਹਾਂ ਤੇ ਬੀਜੇਪੀ ਵੱਲੋਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੱਦਾਂ ਦੇ ਪਾਰਟੀ ਨੂੰ ਵੇਖਦੇ ਹੋ? ਇਹ ਬਹੁਤ ਵਧੀਆ ਪਾਰਟੀ ਹੈ, ਇਹ ਬਹੁਤ ਵੱਡੀ ਸੇਵਾ ਕਰਦੇ ਨੇ। ਅੱਗੇ ਵੀ 35 ਸਾਲ ਸਾਡਾ ਅਲਾਇੰਸ ਇਹਨਾਂ ਨਾਲ ਰਿਹਾ, ਪਰ ਹੁਣ ਇਕੱਲੇ ਤੌਰ 'ਤੇ ਚੋਣਾਂ ਹੋਣੀਆਂ ਤੇ ਮੈਂ ਬੀਜੇਪੀ ਨੂੰ ਲਾਈਕ ਕੀਤਾ। ਤੇ ਇਹ ਤਾਂ ਨਹੀਂ ਹੋ ਸਕਦਾ ਕਿ ਜਿੱਦਾਂ ਨਰਿੰਦਰ ਮੋਦੀ ਹੋਰਾਂ ਨੇ ਕਾਨੂੰਨ ਰੱਦ ਕੀਤੇ ਤੇ ਪਹਿਲਾਂ ਪਾਰਟੀ ਜਿਹੜੀ ਸੀ ਹਰੇਕ ਕੋਈ ਦੌੜਦੀ ਸੀਗੀ ਇਸ ਤੋਂ ਕਿ ਹਾਂ ਕਿਤੇ ਕਿਸਾਨ ਆ ਕੇ ਮੋਰਚਾ ਨਾ ਸੰਭਾਲੇ, ਤੇ ਹੁਣ ਆਪਾਂ ਇਸ ਬਾਰੇ ਇਸੇ ਗੱਲ ਦਾ ਮੋਦੀ ਸਾਹਿਬ ਨੂੰ ਕ੍ਰੈਡਿਟ ਹੈ ਕਿਉਂਕਿ ਮੈਂ ਪੋਲੀਟੀਕਲ ਹੋਣ ਤੋਂ ਪਹਿਲਾਂ ਕਿਸਾਨ ਹਾਂ ਜੀ। ਕਿਸਾਨਾਂ ਦੀ ਗੱਲ ਕਰਨਾ ਮੇਰਾ ਧਰਮ ਆ। ਕਿਸਾਨਾਂ ਦੇ ਹਰ ਧਰਨੇ 'ਤੇ ਹਰ ਥਾਂ 'ਤੇ ਜਾਂਦੇ ਰਹੇ ਹਾਂ, ਪਰ ਲੇਕਿਨ ਜੇ ਮੋਦੀ ਸਾਹਿਬ ਨੇ ਸਾਡੀ ਮੰਗ ਨੂੰ ਪ੍ਰਵਾਨ ਕਰ ਲਿਆ ਤੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਅਸੀਂ ਉਹਦੀਆਂ ਖੁਸ਼ੀਆਂ ਕਰਦੇ ਹਾਂ ਕਿ ਮੋਦੀ ਸਾਹਿਬ ਨੇ ਪ੍ਰਵਾਨ ਕਰਕੇ ਮਲਮ ਲਾਈ ਹੈ
ਜਿਹੜੀਆਂ ਛੋਟੀਆਂ ਮੰਗਾਂ ਰਹਿੰਦੀਆਂ ਨੇ ਉਹ ਵੀ ਪੂਰੀ ਕਰਨ ਦੇ ਵਿੱਚ ਮਲਮ ਲਾਣਗੇ। ਉਹਨਾਂ ਦੀ ਟੀਮ ਨੂੰ ਸਾਰੀ ਲਿਸਟ ਬਣਾ ਕੇ ਦੇ ਦਿੱਤੀ ਹੈ ਤੇ ਜੋ ਮੰਗਾਂ ਨੇ, ਕਿਉਂਕਿ ਉਹਦੇ 'ਚ ਮੰਗ ਮੇਨ ਤਾਂ ਇਹ ਆ ਕਿ ਸਾਡੇ ਜਿਹੜੇ ਸ਼ਹੀਦ ਹੋਏ ਨੇ, ਜਿੱਥੇ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਉੱਥੇ ਉਹਨਾਂ ਨੂੰ ਕੰਪਲਸੇਟ ਕਰਾਉਣਾ, ਉਹਨਾਂ ਨੂੰ ਇੱਜ਼ਤ ਦੇਣੀ। ਦੂਜਾ ਇਹ ਹੈਗਾ ਕਿ ਜਿਹੜੇ NRI ਵੀਰ ਬਾਹਰੋਂ ਜਿਨ੍ਹਾਂ ਦੇ ਰੋਕਾਂ ਲਾਤੀਆਂ ਉਹਨਾਂ ਦੀਆਂ ਸਾਰੀਆਂ ਖੁਲਵਾਉਣੀਆਂ। ਅੱਗੇ ਵੀ ਮੋਦੀ ਸਾਹਿਬ ਨੇ ਖੋਲ੍ਹੀਆਂ, ਸਾਡਾ ਰਸਤਾ ਸੀ ਖੁੱਲ੍ਹਣਾ, ਕਰਤਾਰਪੁਰ ਸਾਹਿਬ ਦਾ ਉਹਨਾਂ ਨੇ ਖੋਲ੍ਹਤਾ। ਤੇ ਵੱਡਾ ਕੰਮ ਇਹ ਕੀਤਾ, ਗੁਰੂ ਨਾਨਕ ਦੇਵ ਸਾਹਿਬ ਦੇ ਮਹਾਰਾਜ ਦੇ ਗੁਰਪੁਰਬ 'ਤੇ ਕਿਸੇ ਨੂੰ ਵੀ ਨਾਲ ਲਏ ਬਿਨਾਂ ਉਹਨਾਂ ਕਿਹਾ ਕਿ ਮੈਨੂੰ क्षमा ਕਰਿਓ, ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਤੇ ਮੈਂ ਤਿੰਨੋਂ ਕਾਨੂੰਨ ਵਾਪਸ ਲੈਣਾ। ਤੇ ਸਰ ਜਿੱਦਾਂ ਆਪਾਂ ਅਕਾਲੀ ਦਲ ਦੇ ਸੀਗੇ, ਹੁਣ ਜਿਹੜੇ BJP 'ਚ ਆਏ ਹੋ ਤੇ ਜਿਹੜੇ ਅਕਾਲੀ ਦਲ ਦੇ ਤੁਹਾਡੇ ਨਾਲ ਜੁੜੇ ਹੋਏ ਸੀ ਬੰਦੇ, ਉਹ ਇਸ ਟਾਈਮ ਜੁੜੇ ਹੋਏ ਨਾਲ? ਮੈਂ ਕਿਹਾ ਜੀ ਅੱਗੇ ਵੀ ਅਸੀਂ ਰਲ ਕੇ ਚੋਣਾਂ ਲੜਦੇ ਸੀ, ਹੁਣ ਵੀ ਅਸੀਂ ਰਲ ਕੇ ਲੜਦੇ ਹਾਂ, ਸਾਰੇ ਨਾਲ ਨੇ। ਤੇ ਆਮ ਕੈਂਟ ਵਾਸੀਆਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ? ਕੈਂਟ ਵਾਸੀਆਂ ਨੂੰ ਮੈਂ 24 ਘੰਟੇ ਤੁਹਾਡੇ ਕੋਲ ਬੈਠਾ, ਕੋਈ ਮੇਰੇ ਲਈ ਸੇਵਾ ਹੋਵੇ ਮੈਂ ਹਰ ਵੇਲੇ ਬੈਠਾ। ਨੁਮਾਇੰਦਾ ਤੁਹਾਡੇ ਕੋਲ ਆ ਗਿਆ, ਇਹ ਤੁਹਾਡੀ ਸੇਵਾ ਕਰੇਗਾ, ਜਿੱਥੇ ਮੇਰੀ ਲੋੜ ਹੋਈ ਮੈਂ ਹਰ ਵੇਲੇ ਹਾਜ਼ਰ ਹਾਂ। ਤੇ ਇਸ ਵਕਤ ਕੈਂਟ ਬੋਰਡ ਦੇ ਵਿੱਚ ਦਫ਼ਤਰ ਦੇ ਵਿੱਚ ਪੂਰੇ ਹੀ ਜਿਹੜੇ BJP ਦੇ ਆਗੂ ਹੈ, ਜਿਹੜੇ ਵਰਕਰ ਹੈ, ਹਵਾ ਕੇ ਪਹੁੰਚੇ, MLA ਲੈ ਕੇ MP ਤੱਕ ਪਹੁੰਚੇ, ਉਹਨਾਂ ਨੂੰ ਵਧਾਈ ਦੇਣ। ਤੇ ਅਸੀਂ ਪੁਨੀਤ ਸ਼ੁਕਲਾ ਜੀ ਨਾਲ ਗੱਲਬਾਤ ਕਰਦੇ ਹਾਂ। ਨਮਸਕਾਰ ਜੀ। ਨਮਸਕਾਰ ਜੀ। ਅੱਜ ਕੈਂਟ ਬੋਰਡ ਦੇ ਵਿੱਚ ਆਫਿਸ ਦੇ ਵਿੱਚ ਜਿੰਨੇ ਵੀ BJP ਦੇ ਲੀਡਰ ਸੀਗੇ, ਜਿੰਨੇ ਵੀ BJP ਦੇ ਆਗੂ ਸੀਗੇ ਔਰ ਕੈਂਟ ਵਾਸੀ ਸੀਗੇ, ਸਾਰੇ ਪਹੁੰਚੇ। ਤੁਹਾਨੂੰ ਕਿੱਦਾਂ ਮਹਿਸੂਸ ਹੋਇਆ? ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਬੜਾ ਲੰਬਾ ਅਰਸਾ ਹੋ ਗਿਆ ਮੈਨੂੰ ਜਲੰਧਰ ਕੈਂਟ 'ਚ ਕੰਮ ਕਰਦੇ ਹੋਏ। ਔਰ ਪਾਰਟੀ ਦੇ ਵਿੱਚ ਕਿਉਂਕਿ ਮੈਂ ਬੜਾ ਪੁਰਾਣਾ ਕੰਮ ਕਰ ਰਿਹਾ, ਇਸ ਕਰਕੇ ਪਾਰਟੀ ਦੇ ਗਲੀ ਦੇ ਲੈਵਲ ਦੇ ਜਿਹੜੇ ਸਾਡੇ ਕਾਰਜਕਰਤਾ ਹੈ, ਉਹ ਤੋਂ ਲੈ ਕੇ ਉੱਪਰ ਤੱਕ ਜਿਹੜੇ ਬੈਠੇ ਆ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਕੰਮ ਕੀਤਾ ਹੈ। ਉਹਦਾ ਸਦਕਾ ਜਿਹੜਾ ਹੈਗਾ ਅੱਜ ਬਹੁਤ ਸਾਰੇ ਲੋਕ ਬੜੇ ਜਿਹੜੇ ਸੀਨੀਅਰ ਮੇਰੇ ਤੋਂ ਪਾਰਟੀ ਦੇ ਨੇਤਾ ਹੈਗੇ ਆ, ਉਹ ਆਏ ਆ। ਔਰ ਇਸ ਤੋਂ ਇਲਾਵਾ ਕੈਂਟ ਦੇ ਵਾਸੀ ਔਰ ਇਕੱਲੇ ਪਾਰਟੀ ਦੇ ਲੋਕ ਨਹੀਂ, ਅਲੱਗ-ਅਲੱਗ ਪਾਰਟੀਆਂ ਦੇ ਲੋਕ, ਕਾਂਗਰਸ ਦੇ ਲੋਕ ਵੀ ਆਏ, ਅਕਾਲੀ ਦਲ ਦੇ ਵੀ ਆਏ, ਬਹੁਜਨ ਸਮਾਜ ਪਾਰਟੀ ਦੇ ਵੀ ਆਏ। ਮੇਰਾ ਸਭ ਨਾਲ ਪਿਆਰ ਆ। ਛਾਉਣੀ ਦੇ ਵਿੱਚ ਸਭ ਦਾ ਮੈਨੂੰ ਸਹਿਯੋਗ ਮਿਲਿਆ, ਆਸ਼ੀਰਵਾਦ ਮਿਲਿਆ। ਚਾਹੇ ਜ਼ਿੰਮੇਵਾਰੀ ਪਾਰਟੀ ਦੀ ਹੈ ਲੇਕਿਨ ਲੜਾਈ ਲੋਕਾਂ ਦੇ ਹਿੱਤਾਂ ਦੀ ਹੈ ਔਰ ਸਾਰੇ ਰਲ ਕੇ ਅਸੀਂ ਲੜਾਂਗੇ ਔਰ ਸਭ ਦਾ ਆਸ਼ੀਰਵਾਦ ਲਵਾਂਗੇ। ਕਿ ਜਿੱਦਾਂ ਹੁਣ ਕੈਂਟ 'ਚ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਸੀ, ਕੈਂਟ ਦੇ ਲੋਕਾਂ ਨੂੰ ਆਸ ਹੈਗੀ ਹੈ ਕਿ ਜਿਹੜੀਆਂ ਰਜਿਸਟਰੀਆਂ ਜਿਹੜਾ ਹੈਗਾ ਖੋਲ੍ਹੀਆਂ ਜਾਣ, ਤਾਂ ਤੁਸੀਂ ਉਹਦੇ ਬਾਰੇ ਕੀ ਆਵਾਜ਼ ਚੁੱਕੋਗੇ? ਇੱਦਾਂ 2010 ਦੇ ਵਿੱਚ ਵੀ ਮੈਨੂੰ ਜਾਣਕਾਰੀ ਮਿਲੀ, ਜਿੱਦਾਂ ਮੈਨੂੰ ਪਤਾ ਪਹਿਲਾਂ ਮੈਂ ਇੱਥੇ ਰਹਿੰਦਾ ਕਿ ਬੰਦ ਹੋਈਆਂ ਸੀ, 2012 'ਚ ਖੁੱਲ੍ਹੀਆਂ, ਐਤਕੀ 2017 'ਚ ਬੰਦ ਹੋਈਆਂ ਔਰ ਹਾਲੇ ਤੱਕ ਚਾਲੂ ਨਹੀਂ ਹੋਈਆਂ। ਉਹ ਕੀ ਕਾਰਨ ਹੈ, ਕਿਹਨਾਂ ਲੋਕਾਂ ਨੇ ਬੰਦ ਕੀਤੀਆਂ, ਕੀ ਕੀਤਾ, ਉਹਦੀ ਲੜਾਈ ਲੜਾਂਗੇ ਔਰ 100% ਖੁਲਵਾਵਾਂਗੇ। ਲੋਕਾਂ ਦਾ ਰਜਿਸਟਰੀ ਕਰਵਾਉਣਾ ਹੱਕ ਹੈ, ਕਿਉਂਕਿ ਜਿੱਦਾਂ ਵੀ ਇੱਥੇ ਲੈਣ ਦੀ ਰਜਿਸਟਰੀ ਹੁੰਦੀ ਹੈ, ਜੋ ਵੀ ਇਹਦਾ ਐਕਟ ਦੇ ਵਿੱਚ ਪ੍ਰਾਵਧਾਨ ਹੈ, ਉਹ ਕਰਵਾ ਕੇ ਰਵਾਂਗੇ। ਅਸੀਂ ਇਹਦੀ ਲੜਾਈ ਲੜਾਂਗੇ ਔਰ ਕਾਮਯਾਬ ਹੋਵਾਂਗੇ। ਤੇ ਸਭ ਤੋਂ ਵੱਡੀ ਗੱਲ ਵੀਰ ਜੀ ਹੈ ਜਿਹੜੀ ਇੱਥੇ ਸਮੱਸਿਆ ਹੈਗੀ ਹੈ, ਜਿਹੜਾ ਕੂੜੇ ਦਾ ਵਗੈਰਾ ਹੈਗਾ, ਤੇ ਜਾਂ ਗਰੀਬ ਜਿਹੜੇ ਬੱਚੇ ਜਿਹੜੇ ਇੱਥੇ ਰੱਖੇ ਗਏ ਆ, ਕੱਚੇ ਰੱਖੇ ਗਏ, ਉਹਦੇ ਬਾਰੇ ਤੁਸੀਂ ਕੀ ਆਵਾਜ਼ ਚੁੱਕੋਗੇ? ਦੇਖੋ, ਕੱਚੇ ਦੀ ਜਿਹੜੀ ਗੱਲ ਹੈਗੀ ਹੈ, ਉਹ ਕਿੱਦਾਂ ਪੱਕੇ ਹੋ ਸਕਦੇ ਆ, ਕੀ ਉਹਨਾਂ ਦੀ ਸਿਸਟਮ ਹੈ ਪੱਕੇ ਕਰਨ ਦਾ, ਕੀ ਉਹਨਾਂ ਦੀ ਰਿਕੁਆਇਰਮੈਂਟ ਆ, ਉਹ ਅਕੋਰਡਿੰਗ ਟੂ ਕੈਂਟ ਦੇ ਜਿਹੜਾ ਕੰਟੋਨਮੈਂਟ ਬੋਰਡ ਦਾ ਸਿਸਟਮ, ਉਹਨੂੰ ਦੇਖ ਕੇ ਪੜਾਂਗੇ। ਅਗਰ ਉਹ ਪੱਕੇ ਕੀਤੇ ਜਾ ਸਕਦੇ ਆ, ਉਹਨਾਂ ਦੀ ਪੱਕੇ ਕਰਨ ਦੀ ਜ਼ਰੂਰਤ ਹੈ, ਜ਼ਰੂਰ ਕਰਾਵਾਂਗੇ ਤਾਂ ਕਿ ਸਫਾਈ ਕਰਮਚਾਰੀਆਂ ਦਾ ਲਾਭ ਹੋਵੇ ਔਰ ਕੱਚੇ ਪੱਕੇ ਹੋਣ। ਸਭ ਤੋਂ ਵੱਡੀ ਗੱਲ ਹੈ ਪੁਨੀਤ ਸ਼ੁਕਲਾ ਜੀ, ਜਦੋਂ ਅੱਜ ਮੀਟਿੰਗ ਦੇ ਵਿੱਚ ਬੈਠੇ, ਜਦੋਂ ਆਪਾਂ ਤੇ ਜਦੋਂ ਪਹਿਲੇ ਦਿਨ ਹੀ ਤੁਹਾਡੇ ਨਾਲ CEO ਜੀ ਨਾਲ ਸਾਹਮਣਾ ਹੋਇਆ, ਬ੍ਰਿਗੇਡੀਅਰ ਸਾਹਿਬ ਨਾਲ ਸਾਹਮਣਾ ਹੋਇਆ, ਤੇ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਅੱਜ ਬੈਠ ਕੇ ਉਸ ਸੀਟ ਦੇ ਉੱਤੇ ਜਿੱਥੇ ਪਹਿਲਾਂ ਆਪਾਂ ਗੱਲਬਾਤ ਕਰਦੇ ਸੀ, ਅੱਜ ਤੁਹਾਨੂੰ ਆਪ ਗੱਲਬਾਤ ਕਰਨੀ ਪਈ ਇਸ ਬਾਰੇ? CEO ਸਾਹਿਬ ਦਾ ਮੇਰਾ ਕਈ ਵਾਰ ਇੱਥੇ ਕੈਂਟ ਬੋਰਡ ਦੇ ਦਫ਼ਤਰ ਦੇ ਵਿੱਚ ਲੋਕਾਂ ਦੇ ਹਿੱਤਾਂ ਦੇ ਕੰਮਾਂ ਲਈ ਆਉਣਾ ਜਾਣਾ ਰਿਹਾ। ਬੜਾ ਮੇਰੇ ਨਾਲ ਅੱਛਾ ਉਹਨਾਂ ਦਾ ਵਿਵਹਾਰ ਹੈ ਔਰ ਬੜਾ ਸਹਿਯੋਗ ਕਰਦੇ ਆ ਔਰ ਹਰ ਵੇਲੇ ਗੱਲ ਨੂੰ ਸੁਣਦੇ ਆ। ਔਰ ਬ੍ਰਿਗੇਡੀਅਰ ਸਾਹਿਬ ਨਵੇਂ ਆ, ਪਹਿਲੀ ਵਾਰ ਮੀਟਿੰਗ ਮੈਂ ਉਹਨਾਂ ਨੂੰ ਮਿਲਿਆ ਔਰ ਦੇਖਿਆ, ਲੇਕਿਨ ਐਜ ਏ ਸੀਟ ਤੇ ਉੱਦਾਂ ਮਿਲਣਾ ਜੁਲਣਾ ਲੋਕਾਂ ਦੇ ਹਿੱਤਾਂ ਦੇ ਬਤੌਰ ਅਫਸਰ ਜਿਹੜਾ ਹੈਗਾ, ਉਹ ਉਹਨਾਂ ਨੇ ਆਪਣੀ ਗੱਲ ਰੱਖੀ, ਮੈਂ ਆਪਣੀ ਗੱਲ ਰੱਖੀ। ਔਰ ਬ੍ਰਿਗੇਡੀਅਰ ਸਾਹਿਬ ਨੇ ਵੀ ਛਾਉਣੀ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਅੱਜ ਮੈਨੂੰ ਇੰਟਰਸਟ ਲੱਗਾ ਕਿ ਉਹਨਾਂ ਨੇ ਵੀ ਇੰਟਰਸਟ ਲਿੱਤਾ। ਔਰ ਮੈਂ ਆਸ ਕਰਦਾ ਹਾਂ ਕਿ ਜਿੱਥੇ ਕੰਟੋਨਮੈਂਟ ਬੋਰਡ ਦੇ EO ਸਾਹਿਬ ਐਜ ਏ ਸਰਕਾਰੀ ਅਫਸਰ ਹੁੰਦੇ ਹੋਏ ਸਰਕਾਰੀ ਅਦਾਰੇ ਨੂੰ ਜਿਹੜਾ ਫਾਇਦਾ ਪਹੁੰਚਾਉਣ ਦੀ ਸੋਚਣਗੇ, ਔਰ ਇੱਥੇ ਬ੍ਰਿਗੇਡੀਅਰ ਸਾਹਿਬ ਕਿਉਂਕਿ ਸੈਨਾ ਦੇ ਬਹੁਤ ਵੱਡੇ ਅਫਸਰ ਨੇ ਔਰ ਦੇਸ਼ ਦੀ ਸੁਰੱਖਿਆ ਦਾ ਮਾਮਲਾ ਸੈਨਾ ਕੋਲ ਹੁੰਦਾ, ਉਹਨਾਂ ਨੂੰ ਇਹ ਅਤਿਰਿਕਤ ਭਾਰ ਸੰਭਾਲਿਆ ਗਿਆ। ਲੇਕਿਨ ਮੈਂ ਤਾਂ ਉੱਥੇ ਉਪਾਧਿਅਕਸ਼ ਹਾਂ ਬੋਰਡ ਦਾ, ਔਰ ਬੋਰਡ ਦੇ ਛਾਉਣੀ ਦੇ ਮਾਲਕ ਵਿਸ਼ਮ ਪਿਤਾਮਾ ਜਿਹੜੇ ਆਪਣੇ ਸੰਯੋਗ ਨੇਗੀ ਜੀ ਬ੍ਰਿਗੇਡੀਅਰ ਸਾਹਿਬ ਨੇ। ਔਰ ਮੈਂ ਸਮਝਦਾ ਉਹ ਕਿਉਂਕਿ ਜਨਤਾ ਦੇ ਨਾਲ ਕੰਸਰਨਡ ਡਿਪਾਰਟਮੈਂਟ ਦੇ ਪ੍ਰੈਜ਼ੀਡੈਂਟ ਨੇ, ਤਾਂ ਮੈਂ ਸਮਝਦਾ ਮੇਰੇ ਤੋਂ ਜ਼ਿਆਦਾ ਸੁਲਝੇ ਹੋਏ ਸੂਝਵਾਨ ਬੜੇ ਕਾਬਲ ਅਫਸਰ ਨੇ, ਦੇਸ਼ ਦੀ ਸੇਵਾ ਕਰ ਰਹੇ ਨੇ ਔਰ ਮੇਰੇ ਤੋਂ ਜ਼ਿਆਦਾ ਮੈਂ ਸਮਝਦਾ ਬਿਹਤਰ ਤਰੀਕੇ ਨਾਲ ਜਨਤਾ ਦੇ ਹਿੱਤਾਂ ਦੇ ਲਈ ਮੈਨੂੰ ਸਹਿਯੋਗ ਕਰਨਗੇ। ਔਰ ਮੈਂ ਅਸੀਂ ਆਸ ਕਰਦਾ ਕਿ EO ਸਾਹਿਬ ਵੀ ਨਾਲ ਮੈਨੂੰ ਸਹਿਯੋਗ ਕਰਨਗੇ। ਕਿ ਤੁਸੀਂ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਪਬਲਿਕ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਛਾਉਣੀ ਦੀ ਜਿਹੜੀ ਕੰਟੋਨਮੈਂਟ ਬੋਰਡ ਦਾ ਸਿਸਟਮ ਹੈਗਾ, ਇਹ ਬਾਕੀ ਲੋਕਤੰਤਰਿਕ ਪ੍ਰਣਾਲੀਆਂ ਮਿਊਨਿਸਪਲ ਕਮੇਟੀਆਂ ਨਾਲੋਂ, ਕਾਰਪੋਰੇਸ਼ਨ ਨਾਲੋਂ ਇੰਟਾਇਰਲੀ ਅਲੱਗ ਹੈ। ਇੱਥੇ
ਕੁਝ ਆਰਮੀ ਦੇ ਨਾਲ ਕੰਸਰਨਡ ਹੋਣ ਕਰਕੇ ਕਈ ਚੀਜ਼ਾਂ 'ਚ ਜਨਤਾ ਨੂੰ ਕਰਨ ਕਰਵਾਉਣ 'ਚ ਔਖ ਪੇਸ਼ ਆਉਂਦੀ ਹੈ, ਕਈ ਵਾਰ ਲੜਾਈ ਵੀ ਲੜਨੀ ਪੈਂਦੀ ਹੈ। ਲੇਕਿਨ ਅਸੀਂ ਇਹ ਲੜਾਈ ਰਲ ਮਿਲ ਕੇ ਲੜਾਂਗੇ ਔਰ ਜਿਹੜੀ ਛਾਉਣੀ ਦੀ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਹੱਲ ਕਰਵਾਵਾਂਗੇ ਔਰ ਆਪਣੇ ਅਧਿਕਾਰੀ ਜਿਹੜੇ ਬ੍ਰਿਗੇਡੀਅਰ ਸਾਹਿਬ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਸਾਥ ਚਾਹਾਂਗੇ, ਉਹਨਾਂ ਦਾ ਆਸ਼ੀਰਵਾਦ ਲਵਾਂਗੇ ਔਰ ਅਫਸਰਾਂ ਨੂੰ ਜਿਹੜਾ ਹੈਗਾ ਲੋਕਾਂ ਦੇ ਹਿੱਤਾਂ ਲਈ ਉਹ ਕੰਮ ਕਰਨ, ਉਹ ਜਾਗਰੂਕ ਕਰਾਂਗੇ ਔਰ ਆਪਣੇ ਕੰਮ ਕਰਵਾਵਾਂਗੇ। ਤੇ ਇਹ ਸਨ ਪੁਨੀਤ ਸ਼ੁਕਲਾ ਜੀ, ਇਹਨਾਂ ਨੇ ਵਾਅਦਾ ਕੀਤਾ ਹੈ ਕਿ ਛਾਉਣੀ ਦੇ ਲੋਕਾਂ ਦੇ ਹਿੱਤਾਂ ਲਈ ਆਵਾਜ਼ ਉਠਾਈ ਜਾਏਗੀ। ਤੇ ਸਾਡੇ ਨਾਲ ਖੜੇ ਨੇ ਸੰਜੇ ਕਾਲੜਾ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ। ਸੰਜੇ ਕਾਲੜਾ ਜੀ ਨਮਸਕਾਰ ਜੀ। ਨਮਸਕਾਰ ਜੀ, ਜੈ ਸ਼੍ਰੀ ਰਾਮ ਜੀ। ਸੰਜੇ ਕਾਲੜਾ ਜੀ, ਅੱਜ ਪੁਨੀਤ ਸ਼ੁਕਲਾ ਜੀ ਨੂੰ ਸ਼ਪਥ ਪੱਤਰ ਕਰਾਇਆ ਗਿਆ ਔਰ 7 ਮੈਂਬਰ ਜਿਹੜੇ ਸੀਗੇ ਇੱਥੇ ਕੰਟਰੋਲਮੈਂਟ ਦੇ ਮੈਂਬਰ ਸੀਗੇ ਉਹ ਕੰਮ ਨਹੀਂ ਕਰ ਰਹੇ ਸੀਗੇ, ਲੇਕਿਨ ਹੁਣ ਜਿਹੜੇ ਪੁਨੀਤ ਸ਼ੁਕਲਾ ਜੀ ਬੈਠੇ ਆ ਤੇ ਉਹਨਾਂ ਦੇ ਤੁਸੀਂ ਕੀ ਆਸ ਲਾਈ ਹੈ ਕਿ ਹਾਂ ਵੀ ਉਹ ਕਿੱਦਾਂ ਦਾ ਕੰਮ ਕਰਨਗੇ? ਪਹਿਲੇ ਤਾਂ ਮੈਂ ਵਧਾਈ ਦੇਣਾ ਚਾਹੂँਗਾ ਸਾਰਿਆਂ ਨੂੰ, ਸਾਡੇ ਰੱਖਿਆ ਮੰਤਰਾਲੇ ਮੋਦੀ ਸਾਹਿਬ ਨੂੰ ਆਪਣੇ, ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ। ਜਿਹੜਾ ਜਦੋਂ ਵੀ ਬੋਰਡ ਵੈਰੀ ਹੋਇਆ ਤੇ ਇੱਕ ਕਾਬਲ ਬੰਦੇ ਦੀ ਲੋੜ ਹੁੰਦੀ ਹੈ। ਪੁਨੀਤ ਸ਼ੁਕਲਾ ਜੀ ਸਾਡੇ ਬਹੁਤ ਹੀ ਪੁਰਾਣੇ ਵਰਕਰ ਨੇ, ਬਹੁਤ ਹੀ ਵਧੀਆ ਡਿਸੀਜਨ ਲਿਆ ਤੇ ਸਾਨੂੰ ਸਾਰੇ ਕੈਂਟਰ ਨੂੰ ਉਮੀਦ ਹੈ ਕਿ ਉਹ ਬਹੁਤ ਹੀ ਪਬਲਿਕ ਦੇ ਹੱਕ ਦੇ ਵਿੱਚ ਕੰਮ ਕਰਨਗੇ। ਤੇ ਜਿਹੜੀਆਂ ਕੈਂਟ ਦੀਆਂ ਰਜਿਸਟਰੀਆਂ ਵਗੈਰਾ ਤੁਸੀਂ ਆਪ ਆਗੂ ਕਰਤਾ ਧਰਤਾ ਮੇਨ ਬੰਦੇ ਹੈਗੇ ਬੀਜੇਪੀ ਦੇ, ਤੇ ਤੁਸੀਂ ਉਹਨਾਂ ਨੂੰ ਕੁਝ ਸਲਾਹ ਦਿਓਗੇ ਕਿ ਜਿਹੜੀਆਂ ਕੈਂਟ ਦੀਆਂ ਰਜਿਸਟਰੀਆਂ ਵਗੈਰਾ ਖੁਲਾਈਆਂ ਜਾਣ, ਜਿਹੜੇ ਟੈਕਸ ਵਧਾਏ ਗਏ ਉਹਨਾਂ ਨੂੰ ਘਟਾਏ ਜਾਣ, ਤੇ ਜਿਹੜੇ ਰੇਹੜੀਆਂ ਵਾਲੇ ਵਿਚਾਰੇ ਹੈਗੇ ਉਹ ਧੱਕੇ ਖਾ ਰਹੇ ਹੈਗੇ, ਤੇ ਜਿਹੜੇ ਕੈਂਟ ਬੋਰਡ ਦੇ ਮੁਲਾਜ਼ਮ ਆ ਜਿਹੜੇ ਕੱਚੇ ਉਹ ਪੱਕੇ ਹੋਣ ਦੇ ਤਾਦਾਦ ਦੇ ਵਿੱਚ ਖੜੇ ਆ, ਤੇ ਤੁਸੀਂ ਕੁਝ ਕਹੋਗੇ ਉਹਨਾਂ ਨੂੰ ਜਾ ਕੇ ਆਪਣੇ ਵੱਲੋਂ? ਬਿਲਕੁਲ ਜੀ, ਇੱਕ ਤਾਂ ਕੈਂਟ ਦੀਆਂ ਰਜਿਸਟਰੀਆਂ ਜ਼ਰੂਰ ਖੋਲ੍ਹਣੀਆਂ ਚਾਹੀਦੀਆਂ ਕਿਉਂਕਿ ਇੱਥੇ ਉਹਨਾਂ ਕੁ ਹੀ ਮਹੱਲੇ 32 ਦੇ 32 ਮਹੱਲੇ ਆ ਜਿਹਦੇ ਵਿੱਚ ਕਈਆਂ ਦੇ ਮਕਾਨ ਲੈਣੇ ਹੁੰਦੇ, ਕਈ ਨੇ ਉੱਤੇ ਕੰਸਟਰਕਸ਼ਨ ਕਰਨੀ ਹੁੰਦੀ, ਇਸ ਕਰਕੇ ਸਾਰਿਆਂ ਦਾ ਇਹ ਜ਼ਰੂਰ ਹੋਣਾ ਚਾਹੀਦਾ। ਤੇ ਦੂਸਰਾ ਜਿਹੜਾ ਕੱਚੇ ਮੁਲਾਜ਼ਮ ਆ ਉਹ ਵੀ ਪੱਕੇ ਹੋਣੇ ਚਾਹੀਦੇ, ਹਰ ਇੱਕ ਨੂੰ ਰੋਟੀ ਪਾਣੀ ਦਾ ਜੁਗਾੜ ਜ਼ਰੂਰ ਹੋਣਾ ਚਾਹੀਦਾ। ਤੇ ਲਾਸਟ ਤੇ ਆਪਾਂ ਇਹ ਕਹਾਂਗੇ ਸੰਜੇ ਕਾਲੜਾ ਜੀ, ਤੁਸੀਂ ਪੁਨੀਤ ਸ਼ੁਕਲਾ ਨੂੰ ਆਪਣੇ ਵੱਲੋਂ ਕੀ ਵਧਾਈ ਦਿਓਗੇ? ਮੈਂ ਪੁਨੀਤ ਸ਼ੁਕਲਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਭਾਰਤ ਸਰਕਾਰ, ਰੱਖਿਆ ਮੰਤਰਾਲੇ, ਰਾਜਨਾਥ ਸਿੰਘ ਜੀ, ਮੋਦੀ ਸਾਹਿਬ ਨੂੰ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਪੁਨੀਤ ਸ਼ੁਕਲਾ ਜੀ ਸਾਡੀ ਪਬਲਿਕ ਦੇ ਵਿੱਚ ਰਹੇ ਨੇ ਤੇ ਉਸ ਹਿਸਾਬ ਨਾਲ ਕੰਮ ਕਰਨਗੇ। ਜੈ ਸ਼੍ਰੀ ਰਾਮ। ਤੇ ਸਾਡੇ ਨਾਲ ਰਜੀਤ ਸਹਿਗਲ ਜੀ ਖੜੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ। ਰਜੀਤ ਸਹਿਗਲ ਜੀ, ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਜੀ। ਤੇ ਇਹ ਦੱਸੋ ਕਿ ਅੱਜ ਜਿਹੜਾ ਪੁਨੀਤ ਸ਼ੁਕਲਾ ਜੀ ਇਹਨਾਂ ਨੂੰ ਜਿਹੜਾ ਪੱਤਰ ਦਿੱਤਾ ਗਿਆ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਇਹ ਕੈਂਟ ਨਿਵਾਸੀਆਂ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਪੁਨੀਤ ਸ਼ੁਕਲਾ ਜੀ ਵਰਗੇ ਮਿਹਨਤੀ ਇਮਾਨਦਾਰ ਵਿਅਕਤੀ ਨੂੰ ਜਿਹੜਾ ਸਿਵਲ ਮੈਂਬਰ ਦਾ ਇੱਕ ਪਦਭਾਰ ਜਿਹੜਾ ਸੰਭਾਲਿਆ ਉਹਨਾਂ ਨੇ ਉਹ ਦਿੱਤਾ ਗਿਆ ਹੈ। ਤੇ ਸਾਨੂੰ ਪੂਰਾ ਵਿਸ਼ਵਾਸ ਹੈ ਪਾਰਟੀ ਵੱਲੋਂ, ਤਾਂ ਸਾਨੂੰ 100% ਵਿਸ਼ਵਾਸ ਹੈ ਕਿ ਪਾਰਟੀ ਨੇ ਇੱਦਾਂ ਦਾ ਨੁਮਾਇੰਦਾ ਚੁਣਿਆ ਜਿਹੜਾ ਸਾਰੀ ਉਮਰ ਕੈਂਟ ਦੇ ਵਿੱਚ ਰਿਹਾ, ਕੈਂਟ ਦੇ ਵਿੱਚ ਕੈਂਟ ਦੇ ਸੁੱਖ ਦੁੱਖ ਦੇ ਵਿੱਚ, ਧਾਰਮਿਕ ਸੰਸਥਾਵਾਂ ਦੇ ਵਿੱਚ, ਸਮਾਜਿਕ ਸੰਸਥਾਵਾਂ ਦੇ ਵਿੱਚ ਆਪਣਾ ਯੋਗਦਾਨ ਦਿੰਦਾ ਰਿਹਾ, ਜਿਹਨੂੰ ਇੱਕ ਇੱਕ ਘਰ ਦੇ ਬਾਰੇ ਪਤਾ ਹੈ, ਕੰਟੋਨਮੈਂਟ ਬੋਰਡ ਦੇ ਮਹੱਲਿਆਂ ਬਾਰੇ ਪਤਾ ਹੈ, ਪ੍ਰੋਬਲਮਸ ਜਿਹੜੀਆਂ ਪਿਛਲੇ 10 ਸਾਲ ਤੋਂ 15 ਸਾਲ ਤੋਂ ਉਹਨਾਂ ਬਾਰੇ ਪਤਾ ਹੈ। ਇੱਦਾਂ ਦਾ ਨੁਮਾਇੰਦਾ ਹੋਣਾ ਹੀ ਜਿਹੜਾ ਹੈ ਉਹ ਬਹੁਤ ਵੱਡੀ ਗੱਲ ਹੈ। ਤੇ ਜੇ ਤੁਸੀਂ ਇਹ ਲੱਗਦਾ ਹੈ ਕਿ ਤੁਹਾਨੂੰ ਪੁਨੀਤ ਸ਼ੁਕਲਾ ਜੀ ਜਿਹੜੇ ਕੈਂਟ ਬੋਰਡ ਦੇ ਜਿਹੜੇ ਬਣੇ ਹੈਗੇ ਆ ਤੇ ਸਾਰੇ ਜਿਹੜੇ ਕੈਂਟ ਬੋਰਡ ਦੀਆਂ ਸਮੱਸਿਆਵਾਂ ਤਾਂ ਉਹਨਾਂ ਨੂੰ ਹੱਲ ਕਰ ਪਾਉਣਗੇ? ਬਿਲਕੁਲ, ਪ੍ਰਾਇੋਰਟੀ ਦੇ ਬੇਸ 'ਤੇ ਸਭ ਤੋਂ ਪਹਿਲਾਂ ਇਹੀ ਪ੍ਰੋਬਲਮ ਹੀ ਸੋਲਵ ਕਰਨ ਲਈ ਤਾਂ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ। ਤੇ ਬਾਕੀ ਜਿਹੜਾ ਕੈਂਟ ਦੇ ਵਿੱਚ ਜਿਹੜੇ ਜਨਤਾ ਹੈ, ਜਨਤਾ ਦਾ ਸਹਿਯੋਗ ਵੀ ਹੋਣਾ ਬਹੁਤ ਜ਼ਰੂਰੀ ਹੈ ਤੇ ਪੁਨੀਤ ਸ਼ੁਕਲਾ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਅਕਤੀ ਹੈ, ਸਾਫ ਛਵੀ ਦੇ ਮਾਲਿਕ। ਆਮ ਪਾਰਟੀ ਤੋਂ ਇਲਾਵਾ ਸੋਚੋ ਕਿ ਇੱਕ ਕੈਂਟ ਬੋਰਡ ਦੇ ਤੇ ਕੈਂਟ ਦੇ ਵਸਨੀਕ ਹੋ ਤੁਸੀਂ, ਕੈਂਟ ਦੀ ਅਗਰ ਸਮੱਸਿਆ ਲੈ ਕੇ ਜਾਓਗੇ ਤੁਸੀਂ ਪੁਨੀਤ ਸ਼ੁਕਲਾ ਜੀ ਨੂੰ ਕੀ ਕਹੋਗੇ? ਦੇਖੋ, ਕਈ ਤਰ੍ਹਾਂ ਦੀ ਮੁਸ਼ਕਲਾਂ ਹੈਗੇ ਕੰਟੋਨਮੈਂਟ ਬੋਰਡ ਦੀ ਜਿਹੜੀ ਪਹਿਲਾਂ ਮੈਂਬਰੀ ਆਪਾਂ ਮੁਸ਼ਕਲਾਂ ਨੂੰ ਨਹੀਂ ਕਹਿਣਾ, ਮੁਸ਼ਕਲਾਂ ਤੇ ਇੱਕ ਪਾਸੇ, ਲੇਕਿਨ ਆਪਣੀ ਇੱਕ ਕੈਂਟ ਜਿਹੜੀ ਕੈਂਟ ਦੇ ਹਲਕੇ ਦੀ ਕੋਈ ਵੀ ਜਿਹੜੀ ਸਮੱਸਿਆ ਆਪਾਂ ਇੱਕ ਆਮ ਨਾਗਰਿਕ ਬਣ ਕੇ ਪੁਨੀਤ ਸ਼ੁਕਲਾ ਜੀ ਕੋਲ ਜਾਵਾਂਗੇ ਤੇ ਤੁਸੀਂ ਉਹਨਾਂ ਨੂੰ ਕਿੱਦਾਂ ਦਾ ਕਹਿਣ ਦਾ ਮਤਲਬ ਕਿ? ਦੇਖੋ ਜੀ, ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗਾ, ਸਭ ਤੋਂ ਪਹਿਲਾਂ ਤਾਂ ਸਫਾਈ ਹੈ ਜੀ। ਪਿਛਲੇ ਸਾਲ ਸਫਾਈ ਦੇ ਵਿੱਚ ਕੰਟੋਨਮੈਂਟ ਬੋਰਡ ਨੂੰ ਪੂਰੇ ਇੰਡੀਆ ਦੇ ਵਿੱਚ ਨੰਬਰ 1 ਦੱਸਿਆ ਗਿਆ। ਜੇ ਤੁਸੀਂ ਅੱਜ ਵੀ ਇਸ ਕੈਮਰੇ ਦੇ ਨਾਲ ਕੈਂਟ ਦੇ ਬਾਜ਼ਾਰਾਂ 'ਚ ਚਲੇ ਜਾਓ, ਘਰਾਂ ਦੇ ਵਿੱਚ ਬਾਹਰ ਚਲੇ ਜਾਓ ਤਾਂ ਕੂੜੇ ਦੇ ਢੇਰ ਲੱਗੇ ਆ। ਇਹੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੈ ਜਿਹਦੇ ਕਾਰਨ 100 ਬਿਮਾਰੀਆਂ ਪੈਦਾ ਹੁੰਦੀਆਂ। ਤੇ ਸਾਡੀ ਪ੍ਰਾਇੋਰਟੀ ਐਜ਼ ਏ ਨਾਗਰਿਕ ਸਭ ਤੋਂ ਪਹਿਲਾਂ ਅਸੀਂ ਇਹੀ ਕਹਾਂਗੇ ਵੀ ਜਿਹੜੀ ਸਫਾਈ ਹੈ ਉਹਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਉਹਦੇ ਵੱਲ, ਤਾਂ ਕਿ ਇਹ ਸਮੱਸਿਆ ਸਭ ਤੋਂ ਪਹਿਲਾਂ ਹੱਲ ਹੋਣੀ ਚਾਹੀਦੀ ਹੈ। ਤੇ ਤੁਸੀਂ ਪੁਨੀਤ ਸ਼ੁਕਲਾ ਜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਪੁਨੀਤ ਸ਼ੁਕਲਾ ਜੀ ਸਾਡੇ ਵੱਡੇ ਭਰਾ ਨੇ, ਉਹਨਾਂ ਨੂੰ ਕਿਸੇ ਵੀ ਸਲਾਹ ਦੀ ਲੋੜ ਨਹੀਂ ਹੈ, ਉਹ ਜਾਣੂ ਜਾਣ ਹੈ, ਇੱਥੇ ਦੇ ਇੱਕ ਇੱਕ ਚੀਜ਼ ਦੇ ਵਾਕਫ ਨੇ ਤੇ ਮਿਹਨਤੀ ਹੈ। ਬਸ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਮਿਹਨਤੀ ਇਨਸਾਨ ਜੇ ਕੰਮ ਕਰੇਗਾ ਤੇ ਉਹ ਸਫਲਤਾਪੂਰਵਕ ਹੀ ਕੰਮ ਕਰੇਗਾ। ਇਹੀ ਸਾਡੀਆਂ ਸ਼ੁਭ ਕਾਮਨਾਵਾਂ ਹੈਗੀਆਂ ਕਿ
ਕਿ ਉਹ ਜਿਹੜਾ ਵੀ ਕੰਮ ਕਰਨ ਮਿਹਨਤ ਨਾਲ ਕਰਨ, ਇਮਾਨਦਾਰੀ ਨਾਲ ਕਰਨ ਤੇ ਕੈਂਟ ਵਾਸੀਆਂ ਲਈ ਕਰਨ। ਇਹੀ ਸਾਡਾ ਸੰਦੇਸ਼ ਹੈ ਉਹਨਾਂ ਨੂੰ। ਮੈਂ ਸਤਪਾਲ ਵਰਮਾ, ਕੈਮਰਾਮੈਨ ਚਾਹਤ ਗਿੱਲ ਦੇ ਨਾਲ।